ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਭੁਪਿੰਦਰ ਸਿੰਘ ਸਵਾਗਤ ਕਰਦਾ ਤੁਹਾਡਾ ਸਾਡੇ YouTube ਚੈਨਲ ਕੁਇਜ਼ ਪਲੈਨਟ ਤੇ। ਜਿਸ ਤਰ੍ਹਾਂ ਕਿ ਪਿਛਲੀ ਵੀਡੀਓਜ਼ ਤੁਸੀਂ ਬਹੁਤ ਧਿਆਨ ਨਾਲ ਦੇਖੀਆਂ ਨੇ ਕਿ ਅਸੀਂ ਇੱਕ 8th ਕਲਾਸ ਦਾ ਚੈਪਟਰ ਜਿਹੜਾ ਫੈਕਟਰਾਈਜੇਸ਼ਨ ਦਾ ਚੈਪਟਰ ਹੈ NCERT ਬੁੱਕ ਦੇ ਵਿੱਚੋਂ ਉਹ ਸ਼ੁਰੂ ਕੀਤਾ ਹੋਇਆ ਤੇ ਉਹਨਾਂ ਦੇ ਉੱਪਰ ਜਿਹੜੀਆਂ ਸਾਡੀਆਂ 3-4 ਵੀਡੀਓਜ਼ ਪਈਆਂ ਨੇ ਫੈਕਟਰਾਈਜੇਸ਼ਨ ਦੇ ਉੱਪਰ, ਉਹਨਾਂ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਿਆ ਤੇ ਬੜੇ ਇਸ ਨੂੰ ਹਰ ਇੱਕ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੋਏਗੀ। ਸੋ ਅੱਜ ਉਸੇ ਸਟੈਪ ਨੂੰ, ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਇਸ ਫੈਕਟਰਾਈਜੇਸ਼ਨ ਦਾ NCERT ਬੁੱਕ ਦੇ ਵਿੱਚੋਂ 8th ਕਲਾਸ ਦਾ ਜਿਹੜਾ ਹੈਗਾ ਇਹ 12.2 ਐਕਸਰਸਾਈਜ਼ ਸ਼ੁਰੂ ਕਰਨ ਜਾ ਰਹੇ ਹਾਂ। ਉਹ ਵੀ ਫੈਕਟਰਾਈਜੇਸ਼ਨ ਦੀ ਐਕਸਰਸਾਈਜ਼ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਾਕੀ ਜਿਹੜੇ 7-8 ਸਮ ਹੈਗੇ ਨੇ ਉਹ ਵੀ ਇੱਕ ਆਇਡੈਂਟੀਟੀ ਦੇ ਥਰੂ ਹੋਣਗੇ। ਪਹਿਲਾਂ ਆਪਾਂ ਨੇ ਸਿਰਫ ਫੈਕਟਰ ਬਣਾ ਕੇ ਉਹਨਾਂ ਦੇ ਵਿੱਚੋਂ ਕਾਮਨ ਨੰਬਰਸ ਕੱਢੇ ਸੀ ਤੇ ਅੱਜ ਆਪਾਂ ਇਹਨਾਂ ਦੇ ਜਿਹੜੇ ਫੈਕਟਰਾਈਜੇਸ਼ਨ ਹੈਗਾ ਉਹ ਇੱਕ ਆਇਡੈਂਟੀਟੀ ਦੇ ਥਰੂ ਇਹਨਾਂ ਨੂੰ ਸੋਲਵ ਕਰਾਂਗੇ। ਸੋ ਫਸਟ ਸਮ ਸੋਲਵ ਕਰਨ ਲੱਗਿਆ ਜੀ। ਫਸਟ ਸਮ ਆਪਣੇ ਕੋਲੇ ਹੈ a² plus 8a plus 16। ਤਾਂ ਇੱਥੇ ਹੁਣ ਇਹਨਾਂ ਦੇ ਵਿਚਕਾਰ ਇੱਕ ਸਕੁਏਅਰ ਵਾਲਾ ਹੈ ਤੇ ਇੱਥੇ ਸਾਡੇ ਕੋਲ a² ਹੈ ਤੇ ਇੱਥੇ ਸਾਡੇ ਕੋਲ 16 ਹੈ। ਸੋ ਇਹਨਾਂ ਦੇ ਵਿਚਕਾਰ ਸਾਈਨ ਵੀ ਕਾਹਦੇ ਆ ਰਹੇ ਨੇ, ਉਹ ਪਲੱਸ ਦੇ ਸਾਈਨ ਆ ਰਹੇ ਨੇ। ਤਾਂ ਇਟ ਮੀਨਸ ਇਹਨਾਂ ਨੂੰ ਪਹਿਲਾਂ ਜੇ ਆਪਾਂ ਸੋਲਵ ਕਰਾਂਗੇ ਤਾਂ a ਦਾ ਸਕੁਏਅਰ ਸਾਡੇ ਕੋਲੇ ਕਿੰਨਾ ਬਣ ਗਿਆ ਜੀ, ਇਹ a² ਹੋ ਗਿਆ। ਇਹਨਾਂ ਦੇ ਵਿੱਚ 16 ਦਾ ਸਕੁਏਅਰ ਹੋ ਗਿਆ, ਸਾਡੇ ਸਕੁਏਅਰ ਰੂਟ ਹੋ ਗਿਆ 4 ਦਾ ਸਕੁਏਅਰ। ਤਾਂ ਇਟ ਮੀਨਸ ਇਹ ਸਾਡੇ ਕੋਲੇ ਜਿਹੜੀ ਆਇਡੈਂਟੀਟੀ ਬਣੇਗੀ ਹੁਣ ਇਹ ਤਾਂ ਇਹ ਹੋਏਗੀ ਸਾਡੇ ਕੋਲੇ a² ਪਲੱਸ b² ਜਾਂ ਇਸ ਨੂੰ ਆਪਾਂ ਹੋਲ ਸਕੁਏਅਰ ਦੇ ਤੌਰ ਤੇ ਲਿਖ ਸਕਦੇ ਹਾਂ। ਤਾਂ ਇਹ ਆਇਡੈਂਟੀਟੀ ਕੀ ਹੋਏਗੀ ਜੀ, ਇਹ ਸਾਡੇ ਕੋਲੇ ਇਹ ਆਇਡੈਂਟੀਟੀ ਬਣੇਗੀ a² ਪਲੱਸ 2ab ਪਲੱਸ b²। ਤਾਂ ਇਸ ਆਇਡੈਂਟੀਟੀ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ। ਤਾਂ ਇੱਥੇ ਸਾਡੇ ਕੋਲੇ a² ਤੇ b² ਆ ਗਏ ਤੇ ਲਾਸਟ ਇਹਨਾਂ ਦੇ ਵਿੱਚ ਸੈਂਟਰ ਵਾਲਾ ਜਿਹੜਾ ਨੰਬਰ ਰਹਿ ਗਿਆ ਸਾਡੇ ਕੋਲ 2ab। ਆਪਾਂ ਇਸ ਨੂੰ ਉਸੇ ਆਇਡੈਂਟੀਟੀ ਦੇ ਅਕੋਰਡਿੰਗ ਲਿਖਦੇ ਹਾਂ 2 ਮਲਟੀਪਲਾਈ a ਐਂਡ ਮਲਟੀਪਲਾਈ b। ਇਹ ਜਿਹੜੇ ਮੈਂ a ਤੇ b ਲਿਖੇ ਨੇ ਇਹ ਸਾਡੇ ਕੋਲੇ ਕੀ ਆਏ ਨੇ ਜੀ, ਦੇਖੋ ਇੱਕ ਸਾਡੇ ਕੋਲੇ a ਆ ਗਿਆ ਤੇ ਦੂਜਾ ਸਾਡੇ ਕੋਲੇ b ਆ, ਜਿਨ੍ਹਾਂ ਦੇ ਅਸੀਂ ਸਕੁਏਅਰ ਰੂਟ ਕੱਢੇ ਨੇ। ਇਟ ਮੀਨਸ ਜੇ ਆਪਾਂ ਇਹਨਾਂ ਨੂੰ ਅਲੱਗ ਕਰਕੇ ਲਿਖ ਲੈਂਦੇ ਹਾਂ ਤਾਂ a ਦੀ ਵੈਲਿਊ ਕਿੰਨੀ ਆ ਗਈ ਇੱਥੇ a, ਤਾਂ b ਦੀ ਵੈਲਿਊ ਕਿੰਨੀ ਆ ਗਈ 4। ਸੋ ਇਹਨਾਂ ਨੂੰ ਅਸੀਂ ਇਸ ਦੇ ਅਕੋਰਡਿੰਗ ਜੇ ਲਿਖ ਸਕਦੇ ਹਾਂ ਤਾਂ ਫਿਰ ਇਹ ਕਿੰਨਾ ਬਣੇਗਾ ਜੀ a ਪਲੱਸ 4 ਦਾ ਹੋਲ ਸਕੁਏਅਰ। ਤਾਂ ਇਸ ਨੂੰ ਜੇਕਰ ਆਪਾਂ ਕਿਉਂਕਿ ਸਕੁਏਅਰ ਹੈ ਇਟ ਮੀਨਸ ਇਸ ਨੂੰ 2 ਟਾਈਮ ਲਿਖ ਸਕਦੇ ਹਾਂ। ਤਾਂ ਇਸ ਦਾ ਆਨਸਰ ਆਏਗਾ ਜੀ ਸਾਡੇ ਕੋਲੇ a ਪਲੱਸ 4 a ਪਲੱਸ 4। ਸੋ ਇਹਨਾਂ ਦਾ a² ਪਲੱਸ 8a ਪਲੱਸ 16 ਦੇ ਜੇ ਅਸੀਂ ਆਇਡੈਂਟੀਟੀ ਦੇ ਅਕੋਰਡਿੰਗ ਜਿਹੜਾ a² a ਪਲੱਸ b ਦਾ ਹੋਲ ਸਕੁਏਅਰ ਬਣ ਰਿਹਾ ਹੈ ਇਸ ਦੇ ਅਕੋਰਡਿੰਗ ਜੇਕਰ ਅਸੀਂ ਇਹਨਾਂ ਨੂੰ ਸੋਲਵ ਕਰਦੇ ਹਾਂ ਤਾਂ ਸਾਡੇ ਕੋਲੇ ਜਿਹੜੇ ਫੈਕਟਰਸ ਬਣ ਰਹੇ ਨੇ ਉਹ ਬਣ ਰਹੇ ਨੇ ਜੀ ਸਾਡੇ ਕੋਲੇ a ਪਲੱਸ 4 ਐਂਡ a ਪਲੱਸ 4। ਸੋ ਇਹੀ ਸਾਡਾ ਅੱਜ ਦਾ ਆਨਸਰ ਹੋਏਗਾ ਜੀ ਇਹਨਾਂ ਦਾ। ਨੈਕਸਟ ਸਾਡੇ ਕੋਲ ਸਮ ਹੈ p² ਮਾਈਨਸ 10p ਪਲੱਸ 25। ਤਾਂ ਹੁਣ ਅਸੀਂ ਇਹਨਾਂ ਨੂੰ ਜੇਕਰ ਇਸ ਆਇਡੈਂਟੀਟੀ ਦੇ ਵਿੱਚ ਸੋਲਵ ਕਰਦੇ ਹਾਂ, ਲਿਖਦੇ ਹਾਂ ਆਪਾਂ ਇਹਨਾਂ ਦਾ ਸਕੁਏਅਰ ਰੂਟ ਕੱਢਦੇ ਹਾਂ ਤਾਂ ਸਕੁਏਅਰ ਰੂਟ ਕਿਹਨਾਂ ਦੇ ਨਿਕਲ ਜਾਣਗੇ ਜੀ p ਤੇ 25 ਦਾ। ਸੋ ਇਟ ਮੀਨਸ ਸਾਡੇ ਕੋਲ ਕਿੰਨਾ ਬਣੇਗਾ p² ਐਂਡ ਪਲੱਸ 5²। ਹੁਣ ਇਹਨਾਂ ਦੇ ਵਿੱਚ ਲਾਸਟ ਸਮ ਦੇ ਨਾਲ ਇੱਕ ਚੀਜ਼ ਡਿਫਰੈਂਟ ਹੈ, ਉਹ ਹੈਗੀ ਕਿ ਇਹਨਾਂ ਦੇ ਵਿਚਕਾਰ ਸਾਈਨ ਜਿਹੜਾ ਹੈਗਾ ਉਹ ਮਾਈਨਸ ਦਾ ਆ ਰਿਹਾ ਹੈ। ਇਹ ਜੋ ਸਾਈਨ ਸਾਡੇ ਕੋਲੇ ਮਾਈਨਸ ਦਾ ਆ ਰਿਹਾ ਇੱਥੇ ਤਾਂ ਇਟ ਮੀਨਸ ਇਹ ਜੋ ਸਾਡੇ ਕੋਲੇ ਮਾਈਨਸ ਦਾ ਸਾਈਨ ਹੈ ਤਾਂ ਅਸੀਂ ਇਸ ਨੂੰ ਹੁਣ ਮਾਈਨਸ ਵਾਲੀ ਆਇਡੈਂਟੀਟੀ ਦੇ ਵਿੱਚ ਲਿਖਾਂਗੇ। ਔਰ ਮਾਈਨਸ ਵਾਲੀ ਆਇਡੈਂਟੀਟੀ ਸਾਡੇ ਕੋਲ ਕੀ ਆਏਗੀ ਜੀ p ਮਾਈਨਸ 5 ਦਾ ਹੋਲ ਸਕੁਏਅਰ। ਇਹ ਆਇਡੈਂਟੀਟੀ ਕਿਹੜੀ ਹੋਏਗੀ, ਇਹ a ਮਾਈਨਸ b ਦਾ ਹੋਲ ਸਕੁਏਅਰ। ਤਾਂ ਕੀ ਹੋਏਗੀ ਆਇਡੈਂਟੀਟੀ ਜੀ, ਇਹ a² ਮਾਈਨਸ 2ab ਪਲੱਸ b²। ਤੇ ਇਸ ਦੇ ਵਿੱਚੋਂ ਸਾਡੇ ਕੋਲੇ a² ਪਲੱਸ b² ਸਾਡੇ ਕੋਲੇ ਆਲਰੇਡੀ ਆ ਚੁੱਕੇ ਨੇ। ਹੁਣ ਲਿਖਣਾ ਸੀ ਮਾਈਨਸ 2ab ਮਾਈਨਸ 2 multiply p and multiply 5।
ਹੁਣ ਇਹ ਜਿਹੜੇ ਸਾਡੇ ਕੋਲ a ਤੇ b ਦੀ ਵੈਲਿਊ ਜਿਹੜੀ ਹੈਗੀ ਹੈ, ਜੇਕਰ ਆਪਾਂ ਇਹਨਾਂ ਨੂੰ ਅਲੱਗ ਕਰਕੇ ਲਿਖ ਵੀ ਲੈਂਦੇ ਹਾਂ, a ਦੀ ਵੈਲਿਊ ਕਿੰਨੀ ਹੈ ਸਾਡੇ ਕੋਲ p ਐਂਡ b ਦੀ ਵੈਲਿਊ ਸਾਡੇ ਕੋਲ ਹੈਗੀ ਹੈ 5। ਤਾਂ ਹੁਣ ਅਸੀਂ ਇਹਨਾਂ ਨੂੰ ਇੱਕ ਆਇਡੈਂਟੀਟੀ ਦੇ ਰੂਪ ਦੇ ਵਿੱਚ ਲਿਖਦੇ ਹਾਂ ਜੀ। ਇੱਥੇ ਕਿੰਨਾ ਆ ਜਾਏਗਾ ਇਹ p - 5 ਦਾ ਹੋਲ ਸਕੁਅਰ। ਹੁਣ ਇਹ ਹੋਲ ਸਕੁਅਰ ਹੈ, ਇਟ ਮੀਨਸ ਆਪਾਂ ਇਹਨਾਂ ਨੂੰ 2 ਟਾਈਮ ਵੀ ਲਿਖ ਸਕਦੇ ਹਾਂ, p - 5 ਐਂਡ p - 5। ਇਹ ਜਿਹੜਾ ਸਾਡੇ ਕੋਲ ਸੈਕੰਡ ਸਮ ਸੀ p ਸਕੁਅਰ - 10p + 25, ਇਹਨਾਂ ਨੂੰ ਜੇਕਰ ਆਪਾਂ a - b ਦੀ ਹੋਲ ਸਕੁਅਰ ਆਇਡੈਂਟੀਟੀ ਲਗਾ ਕੇ ਜਿਹੜੇ ਇਹਦੇ ਫੈਕਟਰਸ ਬਣਾਏ ਨੇ ਜੀ, ਉਹ ਬਣੇ ਸਾਡੇ ਕੋਲੇ p - 5 p - 5। ਸੋ ਇਹੀ ਅੱਜ ਦਾ ਆਨਸਰ ਹੋਏਗਾ। ਥਰਡ ਸਮ ਹੈ ਸਾਡੇ ਕੋਲ 25m ਸਕੁਅਰ ਪਲਸ 30m ਪਲਸ 9। ਹੁਣ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਚੀਜ਼ ਚੈੱਕ ਕਰਨੀ ਹੈ ਜੀ, ਉਹ ਹੈ ਇਹਨਾਂ ਦੇ ਵਿੱਚ ਸਾਈਨ। ਉਹ ਸਾਈਨ ਆ ਰਹੇ ਨੇ ਸਾਡੇ ਕੋਲੇ ਤਿੰਨਾਂ ਨੰਬਰਾਂ ਦੇ ਵਿੱਚ ਜਿਹੜੇ ਆ ਰਹੇ ਨੇ ਸਾਡੇ ਕੋਲ ਇਹ ਪਲੱਸ ਦੇ ਸਾਈਨ ਆ ਰਹੇ ਨੇ। ਤਾਂ ਇਹ ਪਲੱਸ ਦੇ ਸਾਈਨ ਜਿਹੜੇ ਆ ਰਹੇ ਨੇ, ਇਟ ਮੀਨਸ ਸਾਨੂੰ ਇਹ ਚੀਜ਼ ਕਲੀਅਰ ਹੋ ਗਈ ਕਿ ਇੱਥੇ ਆਇਡੈਂਟੀਟੀ ਵੀ ਜਿਹੜੀ ਲੱਗੇਗੀ ਉਹ ਪਲੱਸ ਵਾਲੀ ਆਇਡੈਂਟੀਟੀ ਲੱਗੇਗੀ। ਸੋ ਆਪਾਂ ਇਹਨਾਂ ਨੂੰ ਪਹਿਲਾਂ ਇਹਨਾਂ ਦੇ ਸਕੁਅਰ ਰੂਟ ਕੱਢਦੇ ਹਾਂ। 25 ਦਾ ਸਕੁਅਰ ਰੂਟ ਆ ਜਾਏਗਾ ਸਾਡੇ ਕੋਲੇ 5m ਸਕੁਅਰ ਐਂਡ 9 ਦਾ ਸਾਡੇ ਕੋਲੇ ਆ ਜਾਏਗਾ 3 ਸਕੁਅਰ। ਇਟ ਮੀਨਸ ਹੁਣ ਸਾਡੇ ਕੋਲੇ a ਤੇ b ਦੀ ਵੈਲਿਊ ਆ ਚੁੱਕੀ ਹੈ। ਇੱਥੇ a ਕਿੰਨਾ ਬਣਿਆ ਇਹਦੇ ਵਿੱਚ 5m ਐਂਡ b ਬਣਿਆ ਸਾਡੇ ਕੋਲੇ 3। ਤਾਂ ਹੁਣ ਆਇਡੈਂਟੀਟੀ ਕੀ ਬਣੇਗੀ ਸਾਡੇ ਕੋਲੇ ਇਹ a + b ਦਾ ਹੋਲ ਸਕੁਅਰ। ਕੀ ਹੋਏਗਾ ਜੀ ਇਹ a ਸਕੁਅਰ ਪਲਸ 2ab ਐਂਡ ਪਲਸ b ਸਕੁਅਰ। ਸੋ ਆਪਾਂ ਹੁਣ ਇਹਨਾਂ ਨੂੰ ਉਸਦੇ ਅਕੋਰਡਿੰਗ ਲਿਖਦੇ ਹਾਂ। a ਸਕੁਅਰ ਪਲਸ b ਸਕੁਅਰ ਸਾਡੇ ਕੋਲ ਆਲਰੇਡੀ ਹੈਗੇ ਨੇ। ਹੁਣ ਲਿਖਣਾ ਕੀ ਹੈ ਅਸੀਂ ਇਹਨਾਂ ਦੇ ਵਿੱਚ ਪਲਸ 2ab ਪਲਸ 2 ਮਲਟੀਪਲਾਈ 5m ਐਂਡ ਮਲਟੀਪਲਾਈ 3। ਤਾਂ ਇਸ ਜਿਹੜਾ ਸਾਡੇ ਕੋਲ 25m ਸਕੁਅਰ ਪਲਸ 30m ਪਲਸ 9 ਸੀ, ਇਹਨਾਂ ਦੇ ਆਪਾਂ ਸਕੁਅਰ ਰੂਟ ਕਰਕੇ ਇਹਨਾਂ ਨੂੰ a + b ਦੇ ਹੋਲ ਸਕੁਅਰ ਦੀ ਆਇਡੈਂਟੀਟੀ ਲਗਾ ਕੇ ਇਹਨਾਂ ਨੂੰ ਪੂਰੇ ਐਕਸਪੈਂਡਡ ਫਾਰਮ ਦੇ ਵਿੱਚ ਆਪਾਂ ਲਿਖ ਚੁੱਕੇ ਹਾਂ। ਬਟ ਜੇਕਰ ਹੁਣ ਆਪਾਂ ਇਹਨਾਂ ਨੂੰ ਆਇਡੈਂਟੀਟੀ ਦੇ ਵਿੱਚ ਲਿਖੀਏ ਤਾਂ ਸਾਡੇ ਕੋਲ ਨੈਕਸਟ ਸਟੈਪ ਕੀ ਆਏਗਾ ਇਹ 5m ਪਲਸ 3 ਦਾ ਹੋਲ ਸਕੁਅਰ। ਇਟ ਮੀਨ ਸਾਡੇ ਕੋਲ ਇਹ ਆਇਡੈਂਟੀਟੀ ਦੇ ਰੂਪ ਦੇ ਵਿੱਚ ਲਿਖ ਲਿਆ ਸੀ a + b ਦੀ ਹੋਲ ਸਕੁਅਰ। ਹੁਣ ਸਾਡੇ ਕੋਲ ਸਕੁਅਰ ਆ, ਹੋਲ ਸਕੁਅਰ ਆ ਸਾਡੇ ਕੋਲ ਇਹ। ਤਾਂ ਇਟ ਮੀਨਸ ਆਪਾਂ ਇਹਨਾਂ ਨੂੰ ਲਿਖ ਕਿਵੇਂ ਸਕਦੇ ਹਾਂ 5m + 3 5m + 3। ਇਹੀ ਜਿਹੜਾ ਹੈਗਾ ਸਾਡੇ ਕੋਲ 25m ਸਕੁਅਰ ਪਲਸ 30m ਪਲਸ 9 ਦਾ ਜਿਹੜਾ ਅਸੀਂ a + b ਦੀ ਹੋਲ ਸਕੁਅਰ ਦੀ ਇਹਨਾਂ ਦੇ ਵਿੱਚ ਆਇਡੈਂਟੀਟੀ ਲਗਾਈ, ਤਾਂ ਸਾਡੇ ਕੋਲ ਜਿਹੜੇ ਫੈਕਟਰਸ ਬਣੇ ਨੇ ਉਹ 5m + 3 5m + 3। ਇਹੀ ਸਾਡਾ ਜਿਹੜਾ ਆਨਸਰ ਬਣ ਗਿਆ ਜੀ। ਫੋਰਥ ਸਮ ਹੈਗਾ ਸਾਡਾ ਅੱਜ ਦਾ 49y ਸਕੁਅਰ ਪਲਸ 84yz ਪਲਸ 36z ਸਕੁਅਰ। ਹੁਣ ਇੱਥੇ ਸਾਡੇ ਕੋਲੇ ਫਿਰ ਜਿਹੜੀ ਚੀਜ਼ ਅਸੀਂ ਸਭ ਤੋਂ ਪਹਿਲਾਂ ਚੈੱਕ ਕਰਨੀ ਹੈ ਉਹ ਹੈਗੇ ਨੇ ਇਹਨਾਂ ਦੇ ਵਿੱਚ ਸਾਈਨ। ਤਾਂ ਸਾਈਨ ਸਾਡੇ ਕੋਲੇ ਕਿਹੜੇ ਆ ਰਹੇ ਨੇ? ਇੱਥੇ ਸਾਈਨ ਆ ਰਹੇ ਨੇ ਸਾਡੇ ਕੋਲੇ ਇੱਥੇ ਦੋਨੋਂ ਪਲੱਸ ਦੇ। ਤਾਂ ਇਹ ਜਿਹੜੇ ਪਲੱਸ ਦੇ ਸਾਈਨ ਆ ਰਹੇ ਨੇ, ਇਟ ਮੀਨ ਸਾਡੇ ਕੋਲ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਇੱਥੇ ਜਿਹੜੀ ਆਇਡੈਂਟੀਟੀ ਲੱਗੇਗੀ ਉਹ ਲੱਗੇਗੀ ਜੀ ਪਲੱਸ ਦੀ। ਤਾਂ ਪਲੱਸ ਦੀ ਆਇਡੈਂਟੀਟੀ ਕਿਹੜੀ ਬਣੇਗੀ ਇੱਥੇ? ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਸਕੁਅਰ ਰੂਟ ਕੱਢੀਏ, ਫਿਰ ਆਪਾਂ ਦੇਖਦੇ ਹਾਂ ਇਹਨਾਂ ਦੀ ਆਇਡੈਂਟੀਟੀ ਕਿਵੇਂ ਬਣਾਵਾਂਗੇ। 49y ਸਕੁਅਰ, ਸੋ ਇਹਦਾ ਸਕੁਅਰ ਰੂਟ ਕੀ ਹੋਏਗਾ ਜੀ 7y ਸਕੁਅਰ, ਤੇ 36z ਸਕੁਅਰ ਦਾ ਸਕੁਅਰ ਰੂਟ ਕੀ ਹੋਏਗਾ 6z ਸਕੁਅਰ। ਤਾਂ ਹੁਣ ਇੱਥੇ ਸਾਡੀ ਆਇਡੈਂਟੀਟੀ ਕਲੀਅਰ ਹੋ ਗਈ ਹੈ ਜੀ, ਤੇ ਦੋਨੋਂ ਸਾਡੇ ਕੋਲੇ ਪਲੱਸ ਦੇ ਸਾਈਨ ਦੇ ਨਾਲ ਵੀ ਹੈ ਤੇ ਦੋਨੋਂ ਸਕੁਅਰ ਨੇ। ਇਟ ਮੀਨ ਸਾਡੇ ਕੋਲ ਕੀ ਹੋ ਗਿਆ ਇਹ a ਸਕੁਅਰ ਪਲਸ b ਸਕੁਅਰ। ਸੋ ਇਸ ਨੂੰ ਆਪਾਂ ਇਸ ਰੂਪ ਦੇ ਵਿੱਚ ਵੀ ਲਿਖ ਸਕਦੇ ਹਾਂ, ਤੇ ਜੇਕਰ ਆਪਾਂ ਪੂਰੇ ਨੂੰ ਐਕਸਪੈਂਡਡ ਫਾਰਮ ਦੇ ਵਿੱਚ ਲਿਖਦੇ ਹਾਂ a ਸਕੁਅਰ ਪਲਸ 2ab ਪਲਸ b ਸਕੁਅਰ।
ਇਹੀ ਜਿਹੜੇ ਇਹਨਾਂ ਦੇ ਵਿੱਚ ਸਾਡੇ ਕੋਲ a ਤੇ b ਦੀ ਵਰਤੋਂ ਹੋ ਰਹੀ ਹੈ, ਤਾਂ ਉਹ a ਤੇ b ਹੈ ਕਿਹੜੇ ਕਿਹੜੇ ਨੇ ਸਾਡੇ ਕੋਲੇ। a ਦੀ ਵੈਲਿਊ ਹੈਗੀ ਆ 7y ਤੇ b ਦੀ ਵੈਲਿਊ ਹੈਗੀ ਆ ਸਾਡੇ ਕੋਲੇ 6z। ਤਾਂ ਅਸੀਂ ਇਸੇ a ਤੇ b ਦੀ ਵੈਲਿਊ ਇਹਨਾਂ ਦੇ ਵਿੱਚ ਪੁੱਟ ਕਰ ਦਾਂਗੇ। a ਦੀ a ਸਕੁਅਰ ਸਾਡੇ ਕੋਲ ਹੈ ਤੇ b ਸਕੁਅਰ ਹੈ ਸਾਡੇ ਕੋਲੇ, ਪਲੱਸ 2ab ਦੀ ਵੈਲਿਊ ਪੁੱਟ ਕਰਾਂਗੇ, ਪਲੱਸ 2 ਮਲਟੀਪਲਾਈ 7y ਐਂਡ ਮਲਟੀਪਲਾਈ 6z। ਤਾਂ ਇਸ ਨੂੰ ਪੂਰੇ ਐਕਸਪੈਂਡਡ ਫਾਰਮ ਦੇ ਵਿੱਚ ਆਪਾਂ ਲਿਖ ਚੁੱਕੇ ਹਾਂ। ਤੇ ਉਸ ਤੋਂ ਬਾਅਦ ਸਾਨੂੰ ਇਹ ਪਤਾ ਹੈ ਕਿ ਇਹ ਸਾਰਾ ਜਿਹੜਾ ਐਕਸਪੈਂਡਡ ਫਾਰਮ ਦੇ ਵਿੱਚ ਲਿਖਿਆ ਹੈ, ਇਹ ਆਇਡੈਂਟੀਟੀ ਬਣੀ ਕਿਹੜੀ ਸੀ, a ਪਲੱਸ b ਦੀ ਹੋਲ ਸਕੁਅਰ ਦੀ। ਇਟ ਮੀਨਸ ਅਸੀਂ ਇਹਨਾਂ ਨੂੰ ਉਸੇ ਆਇਡੈਂਟੀਟੀ ਦੇ ਰੂਪ ਦੇ ਵਿੱਚ ਲਿਖਾਂਗੇ। ਸਭ ਤੋਂ ਪਹਿਲਾਂ 7y ਪਲੱਸ 6z ਦਾ ਹੋਲ ਸਕੁਅਰ। ਇਟ ਮੀਨ ਸਾਡੇ ਕੋਲੇ ਹੁਣ ਇਹ ਬ੍ਰੈਕਟ ਦੇ ਬਾਹਰ ਸਾਡੇ ਕੋਲ ਸਕੁਅਰ ਹੈ, ਹੋਲ ਸਕੁਅਰ ਹੈ, ਇਹਨੂੰ ਅਸੀਂ 2 ਟਾਈਮ ਲਿਖ ਲਾਂਗੇ। 7y ਪਲੱਸ 6z, ਇੱਕ ਵਾਰੀ ਹੋਰ ਲਿਖਾਂਗੇ ਇਸ ਨੂੰ 7y ਪਲੱਸ 6z। ਤਾਂ ਜੋ ਸਾਡੇ ਕੋਲ ਅੱਜ ਦਾ ਫੋਰਥ ਸਮ ਸੀ 49y ਸਕੁਅਰ ਪਲੱਸ 84yz ਪਲੱਸ 36z ਸਕੁਅਰ, ਇਹਨਾਂ ਨੂੰ ਅਸੀਂ ਪਲੱਸ ਦੇ ਸਾਈਨ ਚੈੱਕ ਕਰਕੇ ਇੱਥੇ ਪਲੱਸ ਦੀ ਆਇਡੈਂਟੀਟੀ ਲਗਾਈ, a ਪਲੱਸ b ਦੀ ਹੋਲ ਸਕੁਅਰ ਦੀ ਆਇਡੈਂਟੀਟੀ ਲੱਗੀ ਹੈ। ਤਾਂ ਦੋਨਾਂ ਦੇ ਪਹਿਲਾਂ 49y ਸਕੁਅਰ ਤੇ 36z ਸਕੁਅਰ ਦੇ ਆਪਾਂ ਨੇ ਸਕੁਅਰ ਰੂਟ ਕੱਢੇ ਨੇ। ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਵਿਚਕਾਰ ਜਿਹੜਾ ਹੈਗੇ 2ab ਦੀ ਆਇਡੈਂਟੀਟੀ, ਇਹਨਾਂ ਦੇ ਆਇਡੈਂਟੀਟੀ ਦੇ ਅਕੋਰਡਿੰਗ ਵੈਲਿਊ ਪੁੱਟ ਹੋ ਗਈ ਹੈ। ਸੋ ਉਹ ਜੋ ਸਾਡੇ ਕੋਲ ਆਇਆ ਸੀ 7y ਪਲੱਸ 6z, ਉਸ ਨੂੰ ਅਸੀਂ ਸਕੁਅਰ ਦੇ ਅਕੋਰਡਿੰਗ 2 ਟਾਈਮ ਲਿਖ ਲਿਆ ਜੀ, ਜੋ ਕਿ ਸਾਡੇ ਕੋਲੇ ਆਲਰੇਡੀ ਆਨਸਰ ਇਹ ਬਣ ਚੁੱਕਾ ਹੈ। ਨੈਕਸਟ ਸਮ ਹੈ ਸਾਡੇ ਕੋਲੇ 5th ਸਮ 4x ਸਕੁਅਰ ਮਾਈਨਸ 8x ਪਲੱਸ 4। ਜਿਸ ਤਰ੍ਹਾਂ ਕਿ ਆਪਾਂ ਲਾਸਟ ਸਮ ਜਿਹੜੇ ਕੀਤੇ ਨੇ ਉਹਨਾਂ ਦੇ ਵਿੱਚ ਕਰਦੇ ਆਏ ਆ ਕਿ ਸਭ ਤੋਂ ਪਹਿਲਾ ਸਾਡਾ ਸਟੈਪ ਕੀ ਹੁੰਦਾ ਹੈ, ਇਹਨਾਂ ਦੇ ਵਿਚਕਾਰ ਸਾਈਨ ਨੂੰ ਚੈੱਕ ਕਰਨਾ। ਸੋ ਇਹਨਾਂ ਦੇ ਵਿਚਕਾਰ ਸਾਈਨ ਕਿਹੜਾ ਆ ਰਿਹਾ ਜੀ ਸਾਡੇ ਕੋਲੇ, ਮਾਈਨਸ ਦਾ। ਮਾਈਨਸ ਦਾ ਸਾਈਨ ਦੇਖ ਕੇ ਆਇਡੈਂਟੀਟੀ ਸਾਡੇ ਮਾਈਂਡ ਦੇ ਵਿੱਚ ਆ ਗਈ ਹੈ। ਤੇ ਹੁਣ ਆਪਾਂ ਪਹਿਲਾਂ ਇਹਨਾਂ ਦੇ ਸਕੁਅਰ ਰੂਟ ਕੱਢਦੇ ਹਾਂ, ਫਿਰ ਉਸ ਦੇ ਅਕੋਰਡਿੰਗ ਸਾਡੇ ਕੋਲ ਨੈਕਸਟ ਸਟੈਪ ਤੇ ਜਾਵਾਂਗੇ। 4x ਸਕੁਅਰ ਦਾ ਜਿਹੜਾ ਹੈਗਾ ਸਕੁਅਰ ਰੂਟ ਹੋਏਗਾ ਜੀ ਸਾਡੇ ਕੋਲੇ 2x ਸਕੁਅਰ, 4 ਦਾ ਹੋਏਗਾ ਸਾਡੇ ਕੋਲੇ 2 ਸਕੁਅਰ। ਤਾਂ ਹੁਣ ਇੱਥੇ ਸਾਡੇ ਕੋਲੇ ਜਿਹੜੀਆਂ ਵੈਲਿਊਜ਼ ਬਣੀਆਂ ਨੇ, a ਦੀ ਵੈਲਿਊ ਹੈਗੀ ਸਾਡੇ ਕੋਲੇ 2x ਤੇ b ਦੀ ਵੈਲਿਊ ਹੈਗੀ ਸਾਡੇ ਕੋਲੇ 2। ਤਾਂ ਇਸ ਦੇ ਅਕੋਰਡਿੰਗ ਜਿਹੜਾ ਸਾਡੇ ਕੋਲ ਹੁਣ ਸਾਈਨ ਹੈਗਾ ਇਹਦੇ ਵਿੱਚ, ਉਹ ਸਾਈਨ ਹੈਗੇ ਜੀ ਸਾਡੇ ਕੋਲੇ ਮਾਈਨਸ ਦਾ। ਤਾਂ ਮਾਈਨਸ ਦੇ ਅਕੋਰਡਿੰਗ ਇਟ ਮੀਨਸ ਸਾਡੇ ਕੋਲੇ ਇੱਥੇ a ਮਾਈਨਸ b ਦਾ ਹੋਲ ਸਕੁਅਰ, ਇਹ ਆਇਡੈਂਟੀਟੀ ਲੱਗ ਜਾਏਗੀ। ਇਹ ਆਇਡੈਂਟੀਟੀ ਨੂੰ ਜੇ ਆਪਾਂ ਪੂਰੇ ਐਕਸਪੈਂਡਡ ਫਾਰਮ ਦੇ ਵਿੱਚ ਲਿਖਦੇ ਹਾਂ, ਕਿਵੇਂ ਹੋਏਗਾ ਸਾਡੇ ਕੋਲੇ a ਸਕੁਅਰ ਮਾਈਨਸ 2ab ਐਂਡ ਪਲੱਸ b ਸਕੁਅਰ। ਤਾਂ a ਸਕੁਅਰ ਪਲੱਸ b ਸਕੁਅਰ ਇਹ ਸਾਡੇ ਕੋਲ ਆਲਰੇਡੀ ਹੈਗੇ ਨੇ। ਹੁਣ ਅਸੀਂ ਇਹਨਾਂ ਦੇ ਵਿੱਚ ਵੈਲਿਊ ਪੁੱਟ ਕਿਹਦੀ ਕਰਨੀ ਹੈ, ਮਾਈਨਸ 2ab ਦੀ। ਮਾਈਨਸ 2a ਦੀ ਵੈਲਿਊ ਹੈਗੀ ਸਾਡੇ ਕੋਲੇ 2x ਤੇ b ਦੀ ਵੈਲਿਊ ਹੈਗੀ ਸਾਡੇ ਕੋਲੇ 2। ਤਾਂ ਇਹ ਸਾਡੇ ਕੋਲੇ a ਮਾਈਨਸ b ਦੇ ਹੋਲ ਸਕੁਅਰ ਦੇ ਜਿਹੜੇ ਐਕਸਪੈਂਡਡ ਫਾਰਮ ਸੀ, ਇਸ ਸਾਡੇ ਕੋਲੇ ਆਲਰੇਡੀ ਬਣ ਚੁੱਕੀ ਹੈ। ਨੈਕਸਟ ਸਟੈਪ ਦੇ ਵਿੱਚ ਹੁਣ ਅਸੀਂ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਹ ਜਿਹੜਾ ਲਿਖਿਆ ਗਿਆ ਇਹ a ਮਾਈਨਸ b ਦੇ ਹੋਲ ਸਕੁਅਰ ਦੇ ਅਕੋਰਡਿੰਗ ਲਿਖਾਂਗੇ। ਇਟ ਮੀਨਸ ਅਸੀਂ ਇਹਨਾਂ ਨੂੰ ਆਇਡੈਂਟੀਟੀ ਦੇ ਅਕੋਰਡਿੰਗ ਲਿਖਾਂਗੇ 2x ਮਾਈਨਸ 2, ਇਸ ਦਾ ਹੋਲ ਸਕੁਅਰ ਆ ਗਿਆ। ਸੋ ਹੋਲ ਸਕੁਅਰ ਹੈ, ਇਟ ਮੀਨਸ ਅਸੀਂ ਇਸ ਸਾਰੇ ਬ੍ਰੈਕਟ ਨੂੰ ਹੁਣ 2 ਟਾਈਮ ਲਿਖ ਲਾਂਗੇ। ਸੋ ਜੋ ਸਾਡੇ ਕੋਲ 5th ਸਮ ਸੀ ਜੀ 4x ਸਕੁਅਰ ਮਾਈਨਸ 8x ਪਲੱਸ 4, ਇਹਨਾਂ ਨੂੰ ਅਸੀਂ a ਮਾਈਨਸ b ਦੇ ਹੋਲ ਸਕੁਅਰ ਦੇ ਅਕੋਰਡਿੰਗ ਜਿਹੜਾ ਹੈਗਾ ਇਹਨਾਂ ਨੂੰ ਸੋਲਵ ਕੀਤਾ, ਆਇਡੈਂਟੀਟੀ ਲਗਾਈ ਹੈ ਇਹਨਾਂ ਦੇ ਵਿੱਚ ਮਾਈਨਸ ਦਾ ਸਾਈਨ ਦੇ ਕੇ। ਉਸ ਦੇ ਅਕੋਰਡਿੰਗ ਜੋ ਸਾਡੇ ਕੋਲ 2 ਫੈਕਟਰਸ ਬਣ ਕੇ ਆ ਰਹੇ ਨੇ ਉਹ ਹੈਗੇ ਨੇ 2x ਮਾਈਨਸ 2 ਤੇ 2x ਮਾਈਨਸ 2। ਇਹੀ ਸਾਡਾ ਅੱਜ ਦਾ ਆਨਸਰ ਬਣੇਗਾ ਜੀ। ਸੋ 12.2 ਦਾ ਜਿਹੜਾ ਆਪਾਂ ਫਸਟ ਸਮ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ, ਇਸ ਦੇ ਵਿੱਚ ਜਿਹੜਾ 6th ਸਮ ਹੈਗਾ ਜੀ 121b ਸਕੁਅਰ ਮਾਈਨਸ 88bc ਪਲੱਸ 16c ਸਕੁਅਰ। ਸੋ ਅੱਜ ਦੀ ਇਹ ਵੀਡੀਓ ਦੇ ਵਿੱਚ ਜੋ ਅਸੀਂ 12.2 ਦਾ ਜਿਹੜਾ ਫਸਟ ਸਮ ਕਰ ਰਹੇ ਹਾਂ, ਆਇਡੈਂਟੀਟੀ ਲਗਾ ਕੇ ਫੈਕਟਰਾਈਜੇਸ਼ਨ ਦਾ ਸਮ ਕਰ ਰਹੇ ਹਾਂ,
ਜੇਕਰ ਇਹ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ, ਵੀਡੀਓ ਦੇ ਵਿੱਚ ਸਮਝਾਉਣ ਦਾ ਤਰੀਕਾ ਚੰਗਾ ਲੱਗ ਰਿਹਾ ਤੇ ਸਾਰੇ ਜਿਹੜੇ ਆਪਾਂ ਹੁਣ ਤੱਕ 5 ਸਮ ਕਰ ਚੁੱਕੇ ਆ ਤੁਹਾਨੂੰ ਸਮਝ ਆ ਰਹੇ ਨੇ, ਤਾਂ ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। 6th ਸਮ ਸਾਡੇ ਕੋਲੇ ਹੈ 121 b ਸਕੁਅਰ ਮਾਈਨਸ 88 bc ਪਲੱਸ 16 c ਸਕੁਅਰ। ਤਾਂ ਹੁਣ ਇੱਥੇ ਸਾਡੇ ਕੋਲੇ ਫੇਰ ਜਿਹੜਾ ਪਹਿਲਾ ਸਟੈਪ ਅਸੀਂ ਚੈੱਕ ਕਰਨਾ ਉਹ ਹੈਗਾ ਸਾਡੇ ਕੋਲੇ ਜੀ ਸਾਈਨ ਸਾਡੇ ਕੋਲ ਕਾਹਦਾ ਆ ਰਿਹਾ ਇਹਨਾਂ ਦੇ ਵਿਚਕਾਰ, ਇੱਥੇ ਜਿਹੜਾ ਸਾਈਨ ਬਣ ਰਿਹਾ ਉਹ ਹੈਗਾ ਸਾਡੇ ਕੋਲ ਸਾਈਨ ਮਾਈਨਸ ਦਾ। ਤਾਂ ਪਹਿਲਾਂ ਇਹਨਾਂ ਦੇ ਜਿਹੜੇ ਆਪਾਂ ਸਕੁਅਰ ਰੂਟ ਕੱਢਦੇ ਹਾਂ 121 b ਸਕੁਅਰ ਹੈ, ਇਟ ਮੀਨਸ ਇੱਥੇ 11 121 ਦਾ ਸਕੁਅਰ ਰੂਟ 11 ਬਣ ਜਾਂਦਾ। ਸੋ ਇਹ ਸਾਡੇ ਕੋਲ ਹੋ ਗਿਆ ਜੀ 121 b ਸਕੁਅਰ ਦਾ 11 b ਸਕੁਅਰ। ਅੱਗੇ ਸਾਡੇ ਕੋਲੇ ਬਣੇਗਾ 16 ਦਾ 4c ਸਕੁਅਰ। ਤਾਂ a ਸਕੁਅਰ ਪਲੱਸ b ਸਕੁਅਰ ਇਹ ਤਾਂ ਸਾਡੇ ਕੋਲੇ ਆਲਰੇਡੀ ਕਲੀਅਰ ਹੋ ਗਏ। ਸਾਈਨ ਹੈਗਾ ਮਾਈਨਸ ਦਾ, ਤਾਂ ਹੁਣ ਸਾਡੇ ਕੋਲੇ ਜਿਹੜੇ ਇਹਨਾਂ ਦੀ ਵੈਲਿਊਜ਼ ਬਣ ਰਹੀਆਂ ਨੇ, a ਦੀ ਵੈਲਿਊ ਕੀ ਹੈ ਇੱਥੇ 11b ਤੇ b ਦੀ ਵੈਲਿਊ ਹੈਗੀ ਸਾਡੇ ਕੋਲੇ 4c। ਤੇ ਇਹ ਆਇਡੈਂਟੀਟੀ ਹੁਣ ਇਹਨਾਂ ਦੇ ਵਿੱਚ ਮਾਈਨਸ ਵਾਲੀ ਲੱਗੇ ਕਿਉਂਕਿ ਸੈਂਟਰ ਦੇ ਵਿੱਚ ਸਾਈਨ ਮਾਈਨਸ ਦਾ, ਤਾਂ ਇਟ ਮੀਨ ਜੇ ਇਹ ਆਇਡੈਂਟੀਟੀ ਕੀ ਬਣੇਗੀ a ਮਾਈਨਸ b ਦਾ ਹੋਲ ਸਕੁਅਰ। ਇਹ ਆਇਡੈਂਟੀਟੀ ਹੁੰਦੀ ਕੀ ਹੈ ਜੀ a ਸਕੁਅਰ ਮਾਈਨਸ 2ab ਪਲੱਸ b ਹੋਲ ਸਕੁਅਰ। ਤਾਂ ਹੁਣ ਅਸੀਂ ਵੀ ਇਸ ਨੂੰ ਜਿਹੜਾ ਹੈਗਾ ਸਮ ਨੂੰ ਜੋ ਆਪਾਂ ਨੇ ਸਕੁਅਰ ਰੂਟ ਕੱਢੇ ਨੇ a ਸਕੁਅਰ ਤੇ b ਸਕੁਅਰ ਬਣਾਏ ਨੇ ਇਹਨਾਂ ਦੇ ਵਿੱਚੋਂ, ਇਹਨਾਂ ਨੂੰ ਆਪਾਂ ਇਸੇ ਆਇਡੈਂਟੀਟੀ ਦੇ ਅਕੋਰਡਿੰਗ ਲਿਖ ਜਾਵਾਂਗੇ। ਤੇ ਇਹ ਸਾਡੇ ਕੋਲ ਜਿਹੜਾ ਹੈਗਾ a ਸਕੁਅਰ b ਸਕੁਅਰ ਆਲਰੇਡੀ ਅਸੀਂ ਲਿਖ ਲਏ ਨੇ। ਤੇ ਹੁਣ ਸਾਡੇ ਕੋਲ ਆਏਗਾ ਸਾਈਨ ਮਾਈਨਸ ਦਾ 2 ਮਲਟੀਪਲਾਈ 11b ਐਂਡ ਮਲਟੀਪਲਾਈ 4c। ਤੇ ਹੁਣ ਸਾਡੇ ਕੋਲ ਜਿਹੜਾ ਹੈਗਾ ਨੈਕਸਟ ਸਟੈਪ ਅਸੀਂ ਚੈੱਕ ਕਰਨਾ ਕਿ ਇਹ ਆਇਡੈਂਟੀਟੀ ਬਣੀ ਕਿਸ ਤੋਂ ਸੀ a ਮਾਈਨਸ b ਦਾ ਹੋਲ ਸਕੁਅਰ। ਤੇ a ਮਾਈਨਸ b a ਤੇ b ਅਸੀਂ ਆਲਰੇਡੀ ਕਰ ਚੁੱਕੇ ਹਾਂ। ਉਹ ਸਾਡੇ ਕੋਲ ਕਿਹੜੇ ਬਣੇ ਨੇ ਜੀ 11b ਮਾਈਨਸ 4c ਦਾ ਹੋਲ ਸਕੁਅਰ। ਤੇ ਹੋਲ ਸਕੁਅਰ ਹੈ ਇਟ ਮੀਨ 2 ਟਾਈਮ ਲਿਖਾਂਗੇ 11b ਮਾਈਨਸ 4c 11b ਮਾਈਨਸ 4c। ਸੋ ਜੋ ਸਾਡੇ ਕੋਲ 6 ਸਮ ਸੀ ਜੀ 121 b ਸਕੁਅਰ ਮਾਈਨਸ 88 bc ਪਲੱਸ 16 c ਸਕੁਅਰ। ਸੋ ਆਪਾਂ ਪਹਿਲਾਂ ਇਹਨਾਂ ਦੇ ਵਿੱਚ ਸਾਈਨ ਚੈੱਕ ਕਰਿਆ, ਸਾਡੇ ਕੋਲੇ ਮਾਈਨਸ ਦਾ ਸਾਈਨ ਲੱਗਿਆ। ਫਿਰ ਇਹਨਾਂ ਦੇ ਸਕੁਅਰ ਰੂਟ ਕੱਢੇ ਨੇ 121 ਦਾ ਸਾਡੇ ਕੋਲੇ 11 b ਸਕੁਅਰ ਬਣ ਗਿਆ ਤੇ 16 c ਸਕੁਅਰ ਦਾ ਬਣ ਗਿਆ ਸਾਡੇ ਕੋਲੇ 4c ਸਕੁਅਰ। ਇਹ ਸਾਡੇ ਕੋਲ a ਤੇ b ਦੀ ਆਇਡੈਂਟੀਟੀ ਆ ਗਈਆਂ, ਵੈਲਿਊਜ਼ ਆ ਗਈਆਂ ਸੀ। ਸੋ a ਮਾਈਨਸ b ਦੀ ਇਹਨਾਂ ਦੇ ਵਿੱਚ ਆਇਡੈਂਟੀਟੀ ਲਗਾਈ ਹੈ ਜਿਹੜੀ ਅਸੀਂ, ਉਸ ਦੇ ਅਕੋਰਡਿੰਗ ਜਿਹੜੇ ਸਾਡੇ ਕੋਲੇ ਦੋ ਫੈਕਟਰ ਬਣੇ ਨੇ ਉਹ ਬਣੇ ਨੇ ਸਾਡੇ ਕੋਲੇ 11b ਮਾਈਨਸ 4c, ਦੂਜਾ ਫਿਰ ਸਾਡੇ ਕੋਲ 11b ਮਾਈਨਸ 4c। ਇਹੀ ਸਾਡਾ ਇਹਦਾ ਆਨਸਰ ਬਣੇਗਾ ਜੀ। ਨੈਕਸਟ ਸਮ 7th ਸਮ ਜਿਹੜਾ ਹੈਗਾ ਸਾਡੇ ਕੋਲੇ, ਇਹ ਸਾਡੇ ਕੋਲੇ ਹੁਣ ਡਿਫਰੈਂਟ ਟਾਈਪ ਦਾ ਸਮ ਆਇਆ। ਇੱਥੇ ਸਮ ਹੈਗਾ ਜੀ ਸਾਡੇ ਕੋਲੇ ਬ੍ਰੈਕਟ ਦੇ ਵਿੱਚ ਹੈਗਾ l ਪਲੱਸ m ਹੋਲ ਸਕੁਅਰ ਮਾਈਨਸ 4lm। ਤਾਂ ਇੱਥੇ ਸਾਡੇ ਕੋਲੇ ਜਿਹੜਾ ਇੱਕ ਆਇਡੈਂਟੀਟੀ ਇਹ ਹੋ ਚੁੱਕੀ ਹੈ। ਇਹ ਆਇਡੈਂਟੀਟੀ ਹੈ ਕੀ ਹੈ ਜੀ ਇਹ ਸਾਡੇ ਕੋਲੇ ਆਇਡੈਂਟੀਟੀ ਬਿਲਕੁਲ ਆਲਰੇਡੀ ਕਲੀਅਰ ਹੈਗੀ ਹੈ ਕਿ a ਪਲੱਸ b ਦਾ ਹੋਲ ਸਕੁਅਰ ਹੈਗਾ ਇੱਥੇ। ਤੇ a ਪਲੱਸ b ਦਾ ਹੋਲ ਸਕੁਅਰ ਲਿਖਦੇ ਕਿਵੇਂ ਆਪਾਂ a ਸਕੁਅਰ ਪਲੱਸ 2ab ਪਲੱਸ b ਸਕੁਅਰ। ਤਾਂ ਹੁਣ ਇਹਨਾਂ ਦੇ ਵਿੱਚ ਜਿਹੜੇ ਵੈਲਿਊਜ਼ ਕੀ ਨੇ, a ਹੈਗੇ ਸਾਡੇ ਕੋਲੇ l ਤੇ b ਹੈਗੇ ਸਾਡੇ ਕੋਲੇ m। ਤਾਂ ਆਪਾਂ ਇਹਨਾਂ ਨੂੰ ਇਸ ਆਇਡੈਂਟੀਟੀ ਦੇ ਅਕੋਰਡਿੰਗ ਜਦੋਂ ਲਿਖਾਂਗੇ ਜੀ ਤਾਂ ਕੀ ਬਣੇਗਾ ਸਾਡੇ ਕੋਲੇ ਪਹਿਲਾਂ l ਸਕੁਅਰ, ਉਸ ਤੋਂ ਬਾਅਦ ਪਲੱਸ 2 ਮਲਟੀਪਲਾਈ l ਮਲਟੀਪਲਾਈ m ਪਲੱਸ m ਸਕੁਅਰ। ਤੇ ਅੱਗੇ ਹੈਗਾ ਸਾਡੇ ਕੋਲੇ ਮਾਈਨਸ 4lm। ਤਾਂ ਇਹਨਾਂ ਦੇ ਅਕੋਰਡਿੰਗ ਹੁਣ ਜਿਹੜੇ ਸਾਡੇ ਕੋਲੇ ਸਕੁਅਰਸ ਵਾਲੇ ਨੇ, ਜਦੋਂ ਆਪਾਂ ਨੈਕਸਟ ਸਟੈਪ ਦੇ ਵਿੱਚ ਇਹਨਾਂ ਨੂੰ ਕਰਦੇ ਹਾਂ l ਸਕੁਅਰ ਪਲੱਸ m ਸਕੁਅਰ, ਰਹਿ ਕੀ ਗਿਆ ਸਾਡੇ ਕੋਲੇ ਪਲੱਸ 2lm। ਇਹਨਾਂ ਨੂੰ ਆਪਾਂ ਇੱਥੇ ਲਿਖਾਂਗੇ ਪਲੱਸ 2lm, ਇਹਨਾਂ ਨੂੰ ਮਲਟੀਪਲਾਈ ਕਰ ਲਿਆ
ਤੇ ਇੱਥੇ ਹੈਗਾ ਸਾਡੇ ਕੋਲੇ -4LM। ਤੇ ਹੁਣ L ਸਕੁਏਅਰ ਪਲੱਸ M ਸਕੁਏਅਰ ਇਹ ਦੋਨੋਂ ਇਕੱਲੇ ਇਕੱਲੇ ਸਾਡੇ ਕੋਲੇ ਨੰਬਰਸ ਨੇ, ਵੈਲਿਊਜ਼ ਨੇ, ਤਾਂ ਇਹਨਾਂ ਨੂੰ ਅਸੀਂ ਐਜ਼ ਇਟ ਇਜ਼ ਰਹਿਣ ਦੇਵਾਂਗੇ L ਸਕੁਏਅਰ ਪਲੱਸ M ਸਕੁਏਅਰ। ਹੁਣ ਇੱਥੇ ਸਾਡੇ ਕੋਲੇ +2LM -4LM, ਇਟ ਮੀਨਸ ਅਸੀਂ +2 ਤੇ -4 ਜੇਕਰ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ ਤਾਂ ਇਹਨਾਂ ਦੇ ਵਿੱਚੋਂ ਆਨਸਰ ਆਏਗਾ ਸਾਡੇ ਕੋਲ ਇੱਕ ਪਲੱਸ ਆ ਇੱਕ ਮਾਈਨਸ ਆ। ਮਾਈਨਸ ਹੋਏਗਾ ਜੀ ਸਾਈਨ ਗ੍ਰੇਟਰ ਵੈਲਿਊ ਦੇ ਲੱਗ ਗਿਆ, ਤਾਂ -2 ਇਟ ਮੀਨਸ ਇਹਨਾਂ ਨੂੰ ਕਿਵੇਂ ਲਿਖਾਂਗੇ ਅਸੀਂ -2LM। ਤਾਂ ਹੁਣ ਜੋ ਸਾਡੇ ਕੋਲੇ ਇਹਨਾਂ ਨੂੰ ਸੋਲਵ ਕਰਕੇ ਹੁਣ ਤੱਕ ਦਾ ਬਚਿਆ, ਦੇਖੋ ਇਹਨਾਂ ਦੇ ਵਿੱਚ ਇੱਕ ਹੋਰ ਆਇਡੈਂਟੀਟੀ ਹੁਣ ਸਾਹਮਣੇ ਆ ਰਹੀ ਹੈ ਸਾਡੇ ਕੋਲੇ। ਉਹ ਆਇਡੈਂਟੀਟੀ ਕੀ ਬਣ ਰਹੀ ਹੈ? ਇਹ ਆਇਡੈਂਟੀਟੀ ਹੈ ਜੀ ਸਾਡੇ ਕੋਲੇ A ਸਕੁਏਅਰ ਪਲੱਸ B ਸਕੁਏਅਰ -2AB। ਤਾਂ ਇਹ ਆਇਡੈਂਟੀਟੀ ਨੂੰ ਜੇ ਆਪਾਂ ਸ਼ਾਰਟ ਫਾਰਮ ਦੇ ਵਿੱਚ ਲਿਖਦੇ ਹਾਂ ਤਾਂ ਕੀ ਹੋਏਗਾ A - B ਦਾ ਹੋਲ ਸਕੁਏਅਰ। ਇਟ ਮੀਨ ਸਾਡੇ ਕੋਲੇ A ਸਕੁਏਅਰ B ਸਕੁਏਅਰ -2AB। ਤਾਂ ਹੁਣ ਆਪਾਂ ਇਹਨਾਂ ਨੂੰ ਸ਼ਾਰਟ ਫਾਰਮ ਦੇ ਵਿੱਚ ਜਿਸ ਤਰ੍ਹਾਂ ਆਇਡੈਂਟੀਟੀ ਦਾ ਹੋਲ ਸਕੁਏਅਰ ਲਿਖਿਆ ਹੈ, ਇਹਨਾਂ ਨੂੰ ਵੀ ਆਪਾਂ ਉਸ ਤਰ੍ਹਾਂ ਹੀ ਲਿਖਾਂਗੇ L - M ਦਾ ਹੋਲ ਸਕੁਏਅਰ। ਤੇ ਹੋਲ ਸਕੁਏਅਰ ਹੈ, ਇਟ ਮੀਨਸ ਆਪਾਂ ਇਹਨਾਂ ਨੂੰ 2 ਟਾਈਮ ਲਿਖ ਲਾਂਗੇ L - M। ਤਾਂ ਇਸ ਜਿਹੜਾ ਸਾਡੇ ਕੋਲੇ ਬ੍ਰੈਕਟ L + M ਦਾ ਹੋਲ ਸਕੁਏਅਰ -4LM ਸੀ, ਇਹਨਾਂ ਨੂੰ ਜੋ ਅਸੀਂ ਆਇਡੈਂਟੀਟੀ ਲਗਾ ਕੇ ਸੋਲਵ ਕੀਤਾ ਤਾਂ ਸਾਡੇ ਕੋਲੇ ਆਨਸਰ ਆਇਆ ਜੀ ਸਾਡੇ ਕੋਲੇ L - M ਦਾ ਹੋਲ ਸਕੁਏਅਰ, ਜਾਂ ਇਹਨਾਂ ਨੂੰ ਅਸੀਂ L - M ਨੂੰ 2 ਟਾਈਮ ਲਿਖ ਲਿਆ। ਇਹੀ ਸਾਡਾ ਅੱਜ ਦਾ ਆਨਸਰ ਬਣ ਗਿਆ। ਅੱਜ ਦੀ ਇਸ 12.2 ਦਾ ਜਿਹੜਾ ਫਸਟ ਸਮ ਆਪਾਂ ਕਰ ਰਹੇ ਹਾਂ ਫੈਕਟਰਾਈਜੇਸ਼ਨ ਦਾ, ਇਸ ਦਾ ਲਾਸਟ ਸਮ ਹੈ A ਦੀ ਵੈਲਿਊ 4, A ਦੀ ਪਾਵਰ 4 ਪਲੱਸ 2A ਸਕੁਏਅਰ B ਸਕੁਏਅਰ ਪਲੱਸ B 4। ਤਾਂ ਆਪਾਂ ਸਮ ਲਿਖਦੇ ਹਾਂ ਜੀ ਪਹਿਲਾਂ A ਦੀ 4 ਪਲੱਸ 2A ਸਕੁਏਅਰ B ਸਕੁਏਅਰ ਪਲੱਸ B ਦੀ 4। ਤਾਂ ਇਹਨਾਂ ਦੇ ਹੁਣ ਇੱਕ ਗੱਲ ਜਿਹੜਾ ਹੈਗਾ ਇਹਨਾਂ ਦੇ ਵਿੱਚ ਦੇਖ ਕੇ, ਸਾਈਨ ਨੂੰ ਦੇਖ ਕੇ ਸਾਡੇ ਮਾਈਂਡ 'ਚ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਇਹਨਾਂ ਦੇ ਵਿੱਚ ਜਿਹੜੀ ਅਸੀਂ ਆਇਡੈਂਟੀਟੀ ਯੂਜ਼ ਕਰਾਂਗੇ ਉਹ ਪਲੱਸ ਵਾਲੀ ਆਇਡੈਂਟੀਟੀ ਯੂਜ਼ ਹੋਏਗੀ। ਤਾਂ ਇਹਨਾਂ ਦੇ ਪਹਿਲਾਂ ਸਕੁਏਅਰ ਰੂਟ ਕੱਢਾਂਗੇ। ਸਕੁਏਅਰ ਰੂਟ ਸਾਡੇ ਕੋਲ ਕਿਵੇਂ ਨਿਕਲ ਗਏ ਜੀ? A ਦੀ 4 ਹੈ, ਇਟ ਮੀਨਸ ਅਸੀਂ A ਦੀ 2 ਪਾਵਰ 2 ਪਲੱਸ B ਦੀ 2 ਪਾਵਰ 2। ਤਾਂ ਇਹਨਾਂ ਨੂੰ ਅਸੀਂ A ਸਕੁਏਅਰ ਪਲੱਸ B ਸਕੁਏਅਰ ਦੇ ਅਕੋਰਡਿੰਗ ਲਿਖ ਚੁੱਕੇ ਹਾਂ। ਤਾਂ ਹੁਣ ਇਸ ਦੇ ਅਕੋਰਡਿੰਗ ਸਾਡੇ ਕੋਲ ਕੀ ਚੀਜ਼ ਸਾਹਮਣੇ ਆਈ ਹੈ ਜੀ? ਉਹ ਹੈਗਾ ਸਾਡੇ ਕੋਲ A ਦੀ ਵੈਲਿਊ ਸਾਡੇ ਕੋਲ ਕਿੰਨੀ ਆਈ ਹੈ A ਸਕੁਏਅਰ, ਐਂਡ B ਦੀ ਵੈਲਿਊ ਕਿੰਨੀ ਆਈ ਹੈ B ਸਕੁਏਅਰ। ਤਾਂ ਹੁਣ ਸਾਡੇ ਕੋਲ ਆਇਡੈਂਟੀਟੀ ਸਾਰੇ ਤਿੰਨੋਂ ਸਾਈਨ ਪਲੱਸ ਦੇ ਆ ਰਹੇ ਨੇ, ਤਿੰਨਾਂ ਨੰਬਰਸ ਦੇ ਵਿੱਚ ਜਿਹੜੇ ਸਾਈਨ ਆ ਰਹੇ ਨੇ ਉਹ ਪਲੱਸ ਦੇ ਆ ਰਹੇ ਨੇ। ਤਾਂ ਅਸੀਂ ਪਲੱਸ ਵਾਲੀ ਆਇਡੈਂਟੀਟੀ ਲਗਾਵਾਂਗੇ ਇੱਥੇ A + B ਦਾ ਹੋਲ ਸਕੁਏਅਰ। ਇਹ ਕੀ ਹੋਏਗਾ ਜੀ? ਇਹ A ਸਕੁਏਅਰ ਪਲੱਸ 2AB ਐਂਡ ਪਲੱਸ B ਸਕੁਏਅਰ। ਇਸ ਆਇਡੈਂਟੀਟੀ ਦੇ ਅਕੋਰਡਿੰਗ ਸਾਡੇ ਕੋਲੇ A ਸਕੁਏਅਰ ਤੇ B ਸਕੁਏਅਰ ਆਲਰੇਡੀ ਆ ਚੁੱਕੇ ਨੇ। ਤਾਂ ਹੁਣ ਇਹਨਾਂ ਦੇ ਵਿੱਚ ਅਸੀਂ ਕੀ ਲਿਖਾਂਗੇ +2 ਮਲਟੀਪਲਾਈ A ਦੀ ਵੈਲਿਊ ਐਂਡ ਮਲਟੀਪਲਾਈ B ਦੀ ਵੈਲਿਊ। ਤਾਂ ਇਸ ਦੇ ਇਹ ਜਿਹੜਾ ਹੈਗਾ ਸਾਡੇ ਕੋਲ ਸਮ ਜਿਹੜਾ ਸੀ, ਇਸ ਨੂੰ ਅਸੀਂ ਇਸ ਆਇਡੈਂਟੀਟੀ ਦੇ ਰੂਪ ਦੇ ਵਿੱਚ ਲਿਖ ਲਿਆ। ਤੇ ਹੁਣ ਸਾਡੇ ਕੋਲ ਅੱਗੇ ਵੀ ਇਸ ਸਮ ਨੂੰ ਸੋਲਵ ਕਰਨਾ ਆਸਾਨ ਹੋ ਜਾਏਗਾ। ਹੁਣ ਸਾਡੇ ਕੋਲ ਇੱਕ ਗੱਲ ਕਲੀਅਰ ਹੋ ਚੁੱਕੀ ਹੈ ਕਿ ਆਇਡੈਂਟੀਟੀ ਹੈਗੀ ਜੀ A + B ਦੀ ਹੋਲ ਸਕੁਏਅਰ ਹੈ। ਇਟ ਮੀਨਸ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਸਿਰਫ ਇਹਨਾਂ ਦੇ ਵਿੱਚੋਂ A ਤੇ B ਦੀ ਜਿਹੜਾ ਹੈਗਾ ਸੋਲਵ ਕਰਾਂਗੇ ਹੋਲ ਸਕੁਏਅਰ ਦੇ ਰੂਪ 'ਚ ਲਿਖ ਲਾਂਗੇ ਆਪਾਂ A ਸਕੁਏਅਰ ਪਲੱਸ B ਦਾ ਸਕੁਏਅਰ ਤੇ ਉੱਪਰ ਹੋਲ ਸਕੁਏਅਰ ਆ ਜਾਏਗਾ, ਦੋਨਾਂ ਦਾ ਸਕੁਏਅਰ ਹੋ ਜਾਏਗਾ। ਜੇ ਹੋਲ ਸਕੁਏਅਰ ਹੈ ਤਾਂ ਨੈਕਸਟ ਸਟੈਪ ਦੇ ਵਿੱਚ ਆਪਾਂ ਇਹਨਾਂ ਨੂੰ 2 ਟਾਈਮ ਲਿਖ ਲਾਂਗੇ। ਤਾਂ ਇਹ ਜੋ ਸਾਡੇ ਕੋਲੇ 8th ਸਮ ਸੀ, ਅੱਜ ਦਾ ਲਾਸਟ ਸਮ ਸੀ ਇਹ। A ਦੀ ਵੈਲਿਊ 4 ਪਲੱਸ 2A ਸਕੁਏਅਰ B ਸਕੁਏਅਰ ਪਲੱਸ B ਦੀ ਵੈਲਿਊ 4। ਇਹਨਾਂ ਦੇ ਵਿੱਚ ਅਸੀਂ ਸਾਈਨ ਚੈੱਕ ਕਰਕੇ ਸੂਟੇਬਲ ਆਇਡੈਂਟੀਟੀ ਲਗਾਈ, ਉਹ ਪਲੱਸ ਦੀ ਆਇਡੈਂਟੀਟੀ ਲੱਗੀ ਹੈ, ਜੋ ਕਿ ਸਾਡੀ ਆਇਡੈਂਟੀਟੀ ਬਣ ਗਈ ਸੀ ਜੀ A + B ਦਾ ਹੋਲ ਸਕੁਏਅਰ ਹੈਗਾ।
ਤਾਂ ਉਸ ਨੂੰ ਜਦੋਂ ਅਸੀਂ ਪੂਰਾ ਐਕਸਪੈਂਡਡ ਫਾਰਮ 'ਚ ਲਿਖਿਆ a ਸਕੁਅਰ ਪਲੱਸ 2ab ਪਲੱਸ b ਸਕੁਅਰ ਜਿਹੜਾ ਸੀ, ਤਾਂ ਅਸੀਂ ਇਹਨਾਂ ਦੀ ਸਕੁਅਰ ਰੂਟਸ ਕੱਢ ਕੇ a ਤੇ b ਦੀ ਵੈਲਿਊ ਫਾਈਂਡ ਕਰ ਲਈ ਹੈ ਤੇ ਉਸ ਵੈਲਿਊ ਨੂੰ ਫਾਈਂਡ ਕਰਨ ਤੋਂ ਬਾਅਦ ਇਹਨਾਂ ਵਿੱਚ ਵੈਲਿਊ ਪੁੱਟ ਕਰੀ ਹੈ। ਤਾਂ ਸਾਡੇ ਕੋਲੇ ਦੋ ਜਿਹੜੇ ਇਹਨਾਂ ਦੇ ਫੈਕਟਰ ਬਣੇ ਨੇ ਉਹ ਬਣੇ ਨੇ ਜੀ a ਸਕੁਅਰ ਪਲੱਸ b ਸਕੁਅਰ ਦਾ ਹੋਲ ਸਕੁਅਰ। ਸੋ ਇਹੀ ਜਿਹੜਾ ਹੈਗਾ ਸਾਡਾ ਇਹਦਾ ਆਨਸਰ ਹੋਏਗਾ ਜੀ। ਸੋ ਸਟੂਡੈਂਟਸ, ਇੱਕ ਵਾਰ ਮੈਂ ਫੇਰ ਤੁਹਾਨੂੰ ਰਿਮਾਈਂਡ ਕਰਵਾ ਰਿਹਾ ਕਿ ਅਸੀਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ 8th ਕਲਾਸ ਦੀ NCERT ਬੁੱਕ ਦੇ ਵਿੱਚੋਂ ਫੈਕਟਰਾਈਜੇਸ਼ਨ ਮੈਥਡ ਚੈਪਟਰ ਸ਼ੁਰੂ ਕੀਤਾ ਹੋਇਆ ਹੈ। ਇਸ ਚੈਪਟਰ ਦਾ 12.1 ਦੇ ਜਿਹੜੀਆਂ ਪੂਰੇ ਦੇ ਪੂਰੇ ਸੋਲਵ ਕਰਕੇ ਉਹਨਾਂ ਦੇ ਵੀਡੀਓਜ਼ ਬਣਾ ਕੇ ਸਾਡੇ ਚੈਨਲ ਦੇ ਉੱਪਰ ਕੁਇਜ਼ ਪਲੈਨਟ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ। ਜਿਨ੍ਹਾਂ ਨੇ ਹਾਲੇ ਤੱਕ ਵੀਡੀਓਜ਼ ਨਹੀਂ ਦੇਖੀਆਂ ਤਾਂ ਹਾਲੇ ਵੀ ਸਾਡੇ ਚੈਨਲ ਦੇ ਉੱਪਰ ਜਾ ਕੇ ਵੀਡੀਓਜ਼ ਨੂੰ ਦੇਖ ਸਕਦੇ ਹੋ। ਤੇ ਇਹਨਾਂ ਨੂੰ ਐਕਸਪਲੇਨ ਕਰਨ ਦਾ ਤਰੀਕਾ ਜੇਕਰ ਤੁਹਾਨੂੰ ਚੰਗਾ ਲੱਗਦਾ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਓ, ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਮਿਲਦੇ ਹਾਂ ਜੀ ਨੈਕਸਟ ਟਾਈਮ ਇੱਕ ਨਵੀਂ ਵੀਡੀਓ ਦੇ ਨਾਲ, ਇੱਕ ਨਵੇਂ ਟਾਈਟਲ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ।